ਹਰਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਬੀਤਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਬਾਬਾ ਫਰੀਦ ਜੀ ਦੇ ਬਾਰੇ। ਬਾਬਾ ਫਰੀਦ ਜੀ ਦਾ ਜਨਮ 1831 ਸੂਫੀ ਖੇਤਰ ਜ਼ਿਲ੍ਹਾ ਮੁਲਤਾਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਜਮਾਲ ਉਦ ਦੀਨ ਸੁਲੇਮਾਨ ਅਤੇ ਸ਼ੇਖ ਵਜੀ ਉਦ ਦੀਨ ਖੋਜੇਂਦੀ ਦੀ ਧੀ ਮਰੀਮ ਬੀਬੀ ਦੇ ਘਰ ਵਿੱਚ ਹੋਇਆ। ਫਰੀਦ ਜੀ ਦੇ ਜਨਮ ਦੀ ਗੱਲ ਕਰਦੇ ਹਾਂ ਤਾਂ ਬਾਬਾ ਫਰੀਦ ਜੀ ਦੇ ਜਨਮ ਤਰੀਕ ਸੰਮਤ ਅਤੇ ਪਿੰਡ ਦਾ ਅਸਲ ਨਾਂ ਦੱਸਣਾ ਬਹੁਤ ਹੀ ਔਖਾ ਹੈ। ਵੱਖ-ਵੱਖ ਵਿਦਵਾਨਾਂ ਨੇ ਬਾਬਾ ਫਰੀਦ ਜੀ ਦੇ ਜਨਮ ਸਮੇਂ ਅਤੇ ਸਥਾਨ ਬਾਰੇ ਆਪਣੀਆਂ ਖੋਜਾਂ ਰਾਹੀਂ ਆਪਣੇ ਵਿਚਾਰ ਦੱਸ ਕੇ ਬਾਬਾ ਫਰੀਦ ਜੀ ਦੇ ਜਨਮ ਸੰਮਤ ਅਤੇ ਸਥਾਨ ਬਾਰੇ ਦੱਸਿਆ ਹੈ। ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬਾਬਾ ਫਰੀਦ ਜੀ ਦੀ ਜੇ ਗੱਲ ਕਰਦੇ ਆ ਤਾਂ ਮੀਆਂ ਮੌਲਾ ਬਖਸ਼ ਕੁਸ਼ਤਾ ਅਨੁਸਾਰ ਆਪ ਜਕਮ ਅਜਾਨ 569 ਹਿਜਰੀ ਮੁਤਾਬਕ ਸਨ 1173 ਨੂੰ ਈਸਵੀ ਨੂੰ ਪੈਦਾ ਹੋਏ ਸੀ। ਅਰੁਲ ਔਲੀਆ ਅਨੁਸਾਰ ਫਰੀਦ ਜੀ ਦਾ ਜਨਮ 569 ਹਿਜਰੀ ਜਾਂ ਫਿਰ ਕਹਿ ਸਕਦੇ ਹਾਂ ਕਿ 1173 ਈਸਵੀ ਵਿੱਚ ਹੋਇਆ। ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਵੀ ਕੁਝ ਇਸ ਤਰ੍ਹਾਂ ਹੀ ਹੈ ਕਿ ਬਾਬਾ ਫਰੀਦ ਜੀ ਦਾ ਜਨਮ 582 ਹਿਜਰੀ ਜਾਨੀ ਕਿ 1186 ਈਸਵੀ ਨੂੰ ਖੋਤਵਾਲ ਪਿੰਡ ਸੂਬਾ ਮੁਲਤਾਨ ਵਿੱਚ ਹੋਇਆ। ਸੋ ਸਾਡੇ ਪੰਜਾਬੀ ਦੇ ਸਾਹਿਤ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਪੰਜਾਬੀ ਸੂਫੀ ਕਾਵਿ ਦੇ ਮੋਢੀ ਕਵੀ ਅਤੇ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫੀ ਸਾਧਕ ਸ਼ੇਖ ਫਰੀਦੁਦੀਨ ਮਸਊਦ ਸ਼ਕਰਗੰਜ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਘਰ ਬੀਬੀ ਕੁਰਸੂਮ ਦੀ ਕੁੱਖੋਂ 1173 ਈਸਵੀ ਪਿੰਡ ਖੋਤਵਾਲ ਵਿੱਚ ਹੋਇਆ। ਆਪ ਜੀ ਨੂੰ ਸ਼ਕਰਗੰਜ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਸੋ ਬਾਬਾ ਫਰੀਦ ਜੀ ਦੀ ਅਗਰ ਆਪਾਂ ਸਿੱਖਿਆ ਦੀ ਗੱਲ ਕਰਦੇ ਹਾਂ ਤੇ ਬਾਬਾ ਫਰੀਦ ਜੀ ਦੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਬਾਬਾ ਫਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਆਪ ਗੁਜ਼ਰ ਗਏ ਸਨ। ਆਪ ਜੀ ਦੀ ਮਾਤਾ ਕੁਰਸੂਮ ਨੇ ਹੀ ਆਪ ਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਹਨਾਂ ਨੇ ਕੁਰਾਨ ਮਜੀਦ ਮੌਲਾਨਾ ਅੱਬੂ ਹਾਫਜ਼ ਕੋਲੋਂ ਪੜ੍ਹਿਆ। ਫਿਰ ਉਹ ਬਗਦਾਦ ਚਲੇ ਗਏ ਜਿੱਥੇ ਉਹਨਾਂ ਨੇ ਅਬਦੁਲ ਕਾਦਰੀ ਜਿਲਾਨੀ ਸ਼ੇਖ ਸ਼ਿਰਾਬੁਦੀਨ ਸੋਹਰਾਵਰਦੀ ਖਵਾਜਾ ਮੁਆਉਦੀਨ ਚਿਸ਼ਤੀ ਟੇਠ ਸ਼ੇਖ ਕਿਰਸਾਨੀ ਆਦਿ ਸੰਗਤ ਤੋਂ ਲਾਭ ਲਿਆ। ਬਾਬਾ ਫਰੀਦ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਇੱਕ ਪ੍ਰਸਿੱਧ ਆਗੂ ਹੋਏ ਹਨ। ਇਹ ਸਿਲਸਿਲਾ ਖਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਫਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਖਵਾਜਾ ਹਸਨ ਬਸਰੀ ਦੇ 8ਵੇਂ ਗੱਦੀਦਾਰ ਖਵਾਜਾ ਅਬੂ ਇਸਹਾਕ ਤੋਂ ਪਿੱਛੋਂ ਉਹਨਾਂ ਦੇ 5 ਹੋਰ ਗੱਦੀਦਾਰਾਂ ਨੇ ਇਸ ਪਿੰਡ ਵਿੱਚ ਚਿਸ਼ਤ ਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਸ ਦਾ ਨਤੀਜਾ ਇਹ ਵੀ ਹੋਇਆ ਕਿ ਇਸ ਸਿਲਸਿਲੇ ਦਾ ਨਾਂ ਚਿਸ਼ਤ ਪਿੰਡ ਦੇ ਸੰਬੰਧ ਕਰਕੇ ਚਿਸ਼ਤੀ ਮਸ਼ਹੂਰ ਖਵਾਜਾ ਹਸਨ ਦੀਨ ਹਸਨ ਸਿਜਾਜੀ ਚਿਸ਼ਤੀ ਹੋਇਆ। ਇਹ ਪਹਿਲੇ ਚਿਸ਼ਤੀ ਆਗੂ ਸਨ ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਚਿਸ਼ਤੀ ਸੰਪਰਦਾਇ ਦੀ ਨੀਂਹ ਰੱਖੀ। ਇਹਨਾਂ ਨੇ ਆਪਣੀਆਂ ਪ੍ਰਚਾਰਕ ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਦੇ ਪਿੱਛੋਂ ਫਿਰ ਅਜਮੇਰ ਨੂੰ ਬਣਾਇਆ। ਅਜਮੇਰ ਵਿੱਚ ਉਸ ਸਮੇਂ ਜੋਗੀਆਂ ਦਾ ਰਾਜ ਸੀ, ਰਾਏ ਪਿਥੌਰਾ ਦਾ ਰਾਜ ਸੀ। ਇਹਨਾਂ ਦੋਨਾਂ ਸਥਾਪਿਤ ਸ਼ਕਤੀਆਂ ਵੱਲੋਂ ਖਵਾਜਾ ਸਾਹਿਬ ਦਾ ਵਿਰੋਧ ਕੁਦਰਤੀ ਸੀ। ਜਦੋਂ ਸੂਫੀਆਂ ਨੇ ਆਪਣੇ ਚਰਨ ਹਿੰਦੁਸਤਾਨ ਵਿੱਚ ਪਾਏ ਤਾਂ ਇੱਥੋਂ ਦਾ ਹਨੇਰਾ ਇਸਲਾਮ ਦੇ ਨੂਰ ਨਾਲ ਉਜਵਲ ਹੋ ਗਿਆ। ਬਾਬਾ ਫਰੀਦ ਜੀ ਦੇ ਕੁਝ ਪ੍ਰਸਿੱਧ ਸ਼ਲੋਕ ਹਨ। ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ, ਕਜਲ ਰੇਖ ਨਾ ਸਹਿਦਿਆਂ ਸੇ ਪੰਖੀ ਸੂਏ ਬੈਠ, ਫਰੀਦਾ ਖਾਕ ਨਾ ਨਿੰਦੀਏ ਖਾਕ ਜੇੜ ਨਾ ਕੋਏ, ਜੀਵ ਦਿਆਂ ਪਰਾਂ ਤਲੇ ਮੋਇਆ ਉੱਪਰ ਹੋਏ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਂ ਪਾਸ਼ੇ ਠੋਹਾਗਣੀ ਤੁਮ ਕਿਉਂ ਰਹਿਣ ਬਿਹਾਏ, ਫਰੀਦਾ ਕੋਠੇ ਮੰਡਪ ਮਾੜੀਆਂ ਉਸੇਰ ਦੇ ਭੀ ਗਏ, ਕੂੜਾ ਸੌਦਾ ਕਰ ਗਈ ਗੋਰੀ ਆਏ ਪਏ। ਇਹਨਾਂ ਸ਼ਲੋਕਾਂ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਬਾਬਾ ਫਰੀਦ ਜੀ ਨੇ ਪੰਜਾਬੀ ਸਾਹਿਤ ਨੂੰ ਬਹੁਤ ਹੀ ਵੱਡਾ ਜੋ ਮਾਣ ਹੈ ਉਹ ਦਿਵਾਇਆ। ਸੋ ਬਾਬਾ ਫਰੀਦ ਜੀ ਦਾ ਪੰਜਾਬੀ ਸਾਹਿਤ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ। ਸੋ ਬਾਬਾ ਫਰੀਦ ਜੀ ਦੀ ਅਗਰ ਗੱਲ ਕਰਦੇ ਹਾਂ ਤਾਂ ਬਾਬਾ ਫਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀਂ ਪਰ ਕਾਵ ਗੁਣਾ ਕਰਕੇ ਵਿਸ਼ੇ ਦੀ ਸ਼੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾਂ ਸ਼ਾਇਰ ਮੰਨ ਲਿਆ ਜਾਂਦਾ ਹੈ।
ਬਾਬਾ ਫਰੀਦ ਜੀ ਨੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰਕੇ ਦਿੱਤਾ। ਬਾਬਾ ਫਰੀਦ ਜੀ ਦੀ ਬਾਣੀ ਉੱਚਤਾ ਹੋਣ ਕਾਰਨ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਅਤੇ ਇਸ ਦੀ ਸੰਭਾਲ ਕੀਤੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਦੇ ਕੁੱਲ 4 ਸ਼ਬਦ, 2 ਆਸਾ ਰਾਗ ਵਿੱਚ, 2 ਸੂਹੀ ਰਾਗ ਵਿੱਚ ਅਤੇ ਆਪ ਜੀ ਦੇ 112 ਸ਼ਲੋਕ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਸ ਰਚਨਾ ਤੋਂ ਇਲਾਵਾ ਮੀਆਂ ਮੌਲਾ ਬਖਸ਼ ਕੁਸ਼ਤਾ ਨੇ ਬਾਬਾ ਫਰੀਦ ਦੀਆਂ ਲਿਖੀਆਂ 4 ਪੁਸਤਕਾਂ ਦੀ 10 ਇਉਂ ਪਾਈ ਹੈ। ਆਪ ਦੀਆਂ 4 ਕਿਤਾਬਾਂ 3 ਨਸਰ ਵਾਰਤਕ ਦੀਆਂ ਤੇ 1 ਨਜ਼ਮ ਦੀ ਸ਼ਲੋਕ ਹਨ। ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕ ਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਨੇ ਰਚਨਾ ਕੀਤੀ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਿਰਵਾਨ ਮੈਂ ਸਿਰ ਨੀਮਾ ਕਰ ਦੇਖ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਲਤੀਫ ਅਕਲ ਵਾਲਾ, ਬਰੀਕ ਸਮਝ ਵਾਲਾ, ਕਾਲੇ ਲੇਖ ਭਾਵ ਕਿ ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ। ਮਨ ਤੂੰ ਜੋਤ ਸਰੂਪ ਹੈ, ਮਨ ਰਵਜੀ ਦੀ ਅੰਸ਼ ਹੈ, ਇਸ ਲਈ ਬੜੀ ਬਰੀਕ ਨਜ਼ਰ ਰੱਖਦਾ ਹੈ। ਵਿਵੇਕ ਸਦਾ ਇਸ ਦੇ ਨਾਲ ਇੱਕ ਰਸ ਵਸਦਾ ਹੈ, ਲੇਕਿਨ ਮਨ ਆਪਣੀ ਚਤੁਰਾਈ, ਆਪਣੇ ਹੀ ਮਿੱਥੇ ਹੋਏ ਖਿਆਲਾਂ ਕਾਰਨ ਆਪਣੀ ਪਰਚੋਲ ਅਤੇ ਆਪਣੀ ਮੂਲ ਦੀ ਕਦੇ ਵੀ ਭਾਲ ਨਹੀਂ ਕਰਦਾ। ਮਨ ਸਦਾ ਹੋਰਨਾਂ ਵਿੱਚ ਦੋਸ਼ ਲੱਭਦਾ ਹੈ ਤਾਂ ਜੇ ਆਪਣੇ ਅਵਗੁਣਾਂ ਤੇ ਪਰਦਾ ਪਾ ਸਕੇ। ਇਸ ਤਰ੍ਹਾਂ ਮਨ ਆਪਣੇ ਹਿਰਦੇ ਵਾਲੀ ਸਲੇਟ ਤੇ ਕਾਲੇ ਲੇਖ ਲਿਖ ਲੈਂਦਾ ਹੈ। ਮਨੁੱਖ ਜਦ ਸੱਚ ਦਾ ਗਿਆਨ ਲੈ ਲੈਂਦਾ ਹੈ ਤਾਂ ਆਪਣੀ ਪਰਚੋਲ ਕਰਕੇ ਆਪਣੇ ਅਵਗੁਣ ਲੱਭਦਾ ਹੈ। ਗੁਰੂ ਦੇ ਉਪਦੇਸ਼ ਲੈ ਕੇ ਨਮਰਤਾ ਵਿੱਚ ਜੀਣਾ ਸਿੱਖ ਜਾਂਦਾ ਹੈ ਅਤੇ ਆਪਣੇ ਅਵਗੁਣ ਗਿਆਨ ਦੇ ਸਦਕਾ ਥਾਪ ਕਰਨ ਦੇ ਸਮਰੱਥ ਹੋ ਜਾਂਦਾ ਹੈ। ਸੋ ਬਾਬਾ ਫਰੀਦ ਜੀ ਆਪਣੇ ਇੱਕ ਸ਼ਲੋਕ ਵਿੱਚ ਕਹਿੰਦੇ ਨੇ ਕਿ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਬਾਬਾ ਜੀ ਕਹਿੰਦੇ ਨੇ ਤੈਂ ਦਾ ਭਾਵ ਹੈ ਤੈਨੂੰ, ਤਿਨਾ ਮਾਰੇ ਮਾਹੀ, ਨਾ ਮਾਰੇ ਨਾ ਮਾਂ, ਘੁੰਮ ਘੁੰਮ ਕੇ ਪਰਤ ਕੇ। ਮਨ ਸੱਚ ਦਾ ਗਿਆਨ ਨਹੀਂ ਲੈਂਦਾ ਅਤੇ ਆਪਣੇ ਮਨ ਦੇ ਖਿਆਲਾਂ ਦੇ ਆਸਰੇ ਰਵਜੀ ਦੇ ਨਿਯਮਾਂ ਦੇ ਖਿਲਾਫ ਜੀਵਨ ਰੂਪ ਕਦਮਾਂ ਤੇ ਚੱਲਦਾ ਹੈ। ਇਹ ਕਦਮ ਤੇ ਡਿੱਗਦਾ ਰਹਿੰਦਾ ਹੈ। ਇਸ ਦੇ ਹਰ ਕਦਮ ਤੇ ਇਸ ਦੀ ਅੰਦਰ ਦੀ ਆਵਾਜ਼ ਇਸ ਨੂੰ ਮੁੱਕੇ ਮਾਰਦੀ ਹੈ। ਮਨ ਆਤਮਿਕ ਤੌਰ ਤੇ ਦੁਖੀ ਰਹਿੰਦਾ। ਜੇ ਮਨ ਸੱਚ ਦਾ ਗਿਆਨ ਲੈ ਕੇ ਇਸ ਜੀਵਨ ਤੋਂ ਪਰਤ ਕੇ ਮਨ ਦੇ ਇਹਨਾਂ ਖਿਆਲਾਂ ਨੂੰ ਮਾਰ ਲੈਂਦਾ ਹੈ, ਭਾਵ ਸਤਿਗੁਰ ਦੀ ਮੱਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਇਸ ਤਰ੍ਹਾਂ ਮਨ ਗੁਰੂ ਦੇ ਦੱਸੇ ਹੋਏ ਪੈਰਾਂ ਨੂੰ ਭਾਵ ਨਕਸ਼ਾ ਕਦਮਾਂ ਤੇ ਤੁਰ ਕੇ ਚੁੰਮ ਕੇ ਆਪਣੇ ਨਿਜਮ ਘਰ ਰੱਬੀ ਗੁਣਾਂ ਨਾਲ ਜੀਣਾ ਸਿੱਖ ਜਾਂਦਾ ਹੈ। ਸੋ ਬਾਬਾ ਫਰੀਦ ਜੀ ਆਖਦੇ ਹਨ ਕਿ ਫਰੀਦਾ ਖਾਕ ਨਾ ਨਿੰਦੀਏ, ਖਾਕ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇਹ ਸ਼ਲੋਕ ਉਤਲੇ ਸ਼ਲੋਕ ਨੂੰ ਹੋਰ ਵੀ ਖੋਲਦਾ ਹੈ। ਜਦ ਮਨ ਗੁਰੂ ਦੇ ਉਪਦੇਸ਼ਾਂ ਦਾ ਤਤ ਨਮਰਤਾ ਸਿਖਾਉਣ ਵਾਲੇ ਗੁਰੂ ਦੇ ਉਪਦੇਸ਼ ਰੂਪ ਚਰਨਾਂ ਦੀ ਧੂੜ ਜਾਣੀ ਕਿ ਖਾਕ ਨੂੰ ਆਪਣੇ ਮਸਤਕ ਲਾਉਂਦਾ ਹੈ, ਭਾਵ ਸੁਰਤ ਵਿੱਚ ਟਿਕਾਉਂਦਾ ਹੈ, ਫਿਰ ਨਮਰਤਾ ਅਤੇ ਰਵਜੀ ਦੇ ਇਸ ਗੁਣ ਵਿੱਚ ਦੋਸ਼ ਨਹੀਂ ਕੱਢਦਾ। ਮਨ ਨੂੰ ਫਿਰ ਇਸ ਗੁਣ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜੀਵਨ ਵਿੱਚ ਇਹਨਾਂ ਉਪਦੇਸ਼ਾਂ ਤੇ ਟੁਰ ਕੇ ਇਹਨਾਂ ਉਪਦੇਸ਼ਾਂ ਨੂੰ ਹੀ ਜੀਵਨ ਦੇ ਨਕਸ਼ੇ ਕਦਮ ਬਣਾ ਲੈਂਦਾ ਹੈ। ਆਪਣੇ ਜੀਵਨ ਵਿੱਚ ਮਨ ਦੇ ਹੋਸ਼ੇ ਖਿਆਲਾਂ ਤੋਂ ਮਰ ਕੇ ਗੁਰੂ ਦੇ ਉਪਦੇਸ਼ ਸੁਰਤ ਵਿੱਚ ਟਿਕਾ ਲੈਂਦਾ ਹੈ। ਅਗਰ ਅਸੀਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਸ਼ੇਖ ਫਰੀਦ ਜੀ ਨੇ ਪੰਜਾਬੀ ਸਾਹਿਤ ਦੀ ਰਚਨਾਵਾਂ ਦੇ ਵਿੱਚ ਜਾਂ ਪੰਜਾਬੀ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਸੋ ਬਾਬਾ ਫਰੀਦ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਜੋ ਸਿੱਖਿਆ ਦਿੱਤੀਆਂ ਨੇ, ਅਗਰ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਸ਼ੇਖ ਫਰੀਦ ਜੀ ਦੀ ਜੀਵਨੀ ਤੋਂ ਹੀ ਅਸੀਂ ਉਹਨਾਂ ਦੇ ਸਿੱਖਿਆਵਾਂ ਬਾਰੇ ਜਾਣ ਸਕਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਹੈ ਨਾਸ਼ਵਾਨਤਾ ਦੀ। ਰੱਬ ਦੀ ਭਗਤੀ ਵਿੱਚ ਮਗਨ ਰਹਿਣ ਵਾਲੇ ਸਾਰੇ ਫਕੀਰਾਂ ਵਾਂਗ ਹੀ ਸ਼ੇਖ ਫਰੀਦ ਜੀ ਨੇ ਇਸ ਸੰਸਾਰ ਦੀ ਆਸਰਤਾ ਤੇ ਨਾਸ਼ਵਾਨਤਾ ਨੂੰ ਦ੍ਰਿੜਾਇਆ ਹੈ। ਫਰੀਦ ਜੀ ਦੀ ਨਾਸ਼ਮਾਨਤਾ ਸੰਬੰਧੀ ਭਾਵਾਂ ਨੂੰ ਨਿਰਾਸ਼ਾਵਾਦ ਕਰਾਰ ਦੇਣਾ ਠੀਕ ਨਹੀਂ, ਕਿਉਂਕਿ ਫਰੀਦ ਜੀ ਦੀ ਸੁਰ ਮਨੁੱਖ ਵਿੱਚ
ਢਾਹੂ ਰੁਚੀਆਂ ਨਹੀਂ ਪੈਦਾ ਕਰਦੀ, ਸਗੋਂ ਨਿਮਰਤਾ, ਸਬਰ, ਸ਼ੁਕਰ ਤੇ ਸਹਿਣਸ਼ੀਲਤਾ ਦਾ ਸੁਨੇਹਾ ਦੇ ਕੇ ਮਨ ਨੂੰ ਠੰਡ ਪਾਉਂਦੀ ਹੈ। ਸੋ ਸ਼ੇਖ ਫਰੀਦ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇੱਕ ਹੋਰ ਵਿਸ਼ੇ ਦੀ ਗੱਲ ਕੀਤੀ ਹੈ, ਜਿਵੇਂ ਕਿ ਗੁਰੂ ਦੀ ਸ਼ਰਨ। ਸੰਸਾਰਕ ਮੋਹ ਮਾਇਆ ਵੱਲੋਂ ਉਪਰਾਮ ਹੋ ਕੇ ਭਗਤੀ ਕਮਾਉਣ ਲਈ ਗੁਰੂ ਤੋਂ ਬਿਨਾਂ ਠੀਕ ਅਗਵਾਈ ਨਹੀਂ ਮਿਲ ਸਕਦੀ। ਸ਼ੇਖ ਫਰੀਦ ਜੀ ਗੁਰੂ ਦੀ ਸ਼ਰਨ ਲੈ ਕੇ ਉਸ ਦੇ ਦੱਸੇ ਰਾਹ ਨੂੰ ਅਪਣਾਉਣਾ ਆਪਣਾ ਪਰਮ ਕਰਤੱਵ ਮੰਨਦੇ ਹਨ। ਭਾਵ ਕਿ ਸੱਚੇ ਗੁਰੂ ਦਾ ਲੜ ਫੜ ਕੇ 100 ਔਂਕੜਾਂ ਝਾਂਕ ਕੇ ਵੀ ਉਸ ਦੇ ਚਰਨਾਂ ਵਿੱਚ ਪੁੱਜਣ ਦਾ ਯਤਨ ਕੀਤਾ ਜਾਂਦਾ ਹੈ। ਸੋ ਸ਼ੇਖ ਫਰੀਦ ਜੀ ਨੇ ਇੱਕ ਹੋਰ ਵਿਸ਼ੇ ਤੇ ਗੱਲ ਕੀਤੀ ਹੈ, ਜਿਸ ਦਾ ਨਾਮ ਹੈ ਨਿਮਰਤਾ। ਨਿਮਰਤਾ ਬਾਰੇ ਗੱਲ ਕਰਦੇ ਹਨ। ਵਾਹਿਗੁਰੂ ਨਾਲ ਨੇੜਤਾ ਪ੍ਰਾਪਤ ਕਰਨ ਲਈ ਬਾਬਾ ਫਰੀਦ ਨਿਮਰਤਾ ਨੂੰ ਇੱਕ ਸਾਧਨ ਦੱਸਦੇ ਹਨ। ਉਹਨਾਂ ਦੇ ਮੁਤਾਬਕ ਨਿਮਰਤਾ ਧਾਰਨ ਕਰਨ ਨਾਲ ਕੋਮਲ ਚਿੱਤ ਬਣ ਕੇ ਫਰੀਦ ਜੀ ਕਿਸੇ ਦਾ ਦਿਲ ਦਿਖਾਉਣਾ ਇੱਕ ਵੱਡਾ ਪਾਪ ਸਮਝਦੇ ਹਨ। ਸੋ ਬਾਬਾ ਫਰੀਦ ਜੀ ਰੱਬ ਦੀ ਰਜ਼ਾ ਬਾਰੇ ਵੀ ਗੱਲ ਕਰਦੇ ਹਨ। ਬਾਬਾ ਫਰੀਦ ਜੀ ਆਖਦੇ ਹਨ ਕਿ ਰੱਬ ਵਿੱਚ ਲੀਨ ਹੋਣ ਲਈ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬਹੁਤ ਜ਼ਰੂਰੀ ਹੈ। ਫਰੀਦ ਜੀ ਸਿੱਖ ਗੁਰੂ ਸਾਹਿਬਾਂ ਵਾਂਗ ਹੀ ਇਸ ਵਿਚਾਰ ਨੂੰ ਪ੍ਰਗਟ ਕਰਦੇ ਹੋਏ ਲਿਖਦੇ ਹਨ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੇ ਸੋ ਭਲਾ, ਤਾਂ ਲੜੀ ਦਰਬਾਰ। ਫਰੀਦ ਜੀ ਅਨੁਸਾਰ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿਣ ਨਾਲ ਉਸ ਦੀ ਨੇੜਤਾ ਪ੍ਰਾਪਤ ਹੁੰਦੀ ਹੈ, ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ ਤੇ ਪ੍ਰਭੂ ਪ੍ਰੇਮ ਲਈ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਪ੍ਰਭੂ ਪ੍ਰੇਮ ਦੀ ਗੱਲ ਕਰਦੇ ਹੋਏ ਬਾਬਾ ਜੀ ਆਖਦੇ ਹਨ ਕਿ ਪ੍ਰਭੂ ਪ੍ਰੇਮ ਲਈ ਸਾਰੇ ਰਾਹ ਪੱਧਰੇ ਹੋ ਜਾਣ ਤੇ ਉਸ ਦੇ ਦਰਸ਼ਨ ਦੀ ਤਾਂਘ ਮਨ ਵਿੱਚ ਵਿਰਹੋਂ ਦਾ ਭਾਂਬੜ ਵਾਲ ਦਿੱਤੀ ਹੈ। ਫਰੀਦ ਜੀ ਲਿਖਦੇ ਹਨ, ਤਨ ਤਪੇ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥਕਾ ਸਿਰ ਜੁਲਾਜੇ ਤੂੰ ਪਿਰੀ ਮਿਲਨ। ਇਹੋ ਹੀ ਪ੍ਰੇਮ ਦੀ ਸਹਿਜ ਅਵਸਥਾ ਹੈ। ਜਦੋਂ ਇੱਕ ਵਾਰੀ ਪਤੀ ਪਰਮੇਸ਼ਵਰ ਨਾਲ ਮਿਲਾਪ ਹੋ ਗਿਆ, ਇੱਕ ਪਲ ਲਈ ਵੀ ਉਸ ਦਾ ਵਿਛੋੜਾ ਸਹਿਣਾ ਬਹੁਤ ਔਖਾ ਹੋ ਜਾਏਗਾ। ਸ਼ੇਖ ਫਰੀਦ ਜੀ ਦੀ ਰਚਨਾ ਰੂਪਕ ਪੱਖ ਤੋਂ ਪੰਜਾਬੀ ਸਾਹਿਤ ਵਿੱਚ ਬਹੁਤ ਉੱਚਾ ਸਥਾਨ ਰੱਖਦੀ ਹੈ। ਆਪ ਪੰਜਾਬੀ ਬੋਲੀ ਦੇ ਪਹਿਲੇ ਕਵੀ ਹੋਏ ਹਨ, ਜਿਨ੍ਹਾਂ ਦੀ ਪੰਜਾਬੀ ਇੰਨੀ ਸ਼ੁੱਧ, ਮਾਂਝੀ ਤੇ ਸਵਾਰੀ ਹੋਈ ਹੈ। ਆਪ ਦੀ ਰਚਨਾ ਦੀ ਬੋਲੀ ਲੋਕ ਬੋਲੀ ਹੈ। ਇਸ ਨੂੰ ਲਹਿੰਦੀ ਪੰਜਾਬੀ ਵੀ ਕਿਹਾ ਜਾਂਦਾ ਹੈ। ਆਪ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ। ਆਪ ਨੇ ਆਪਣੀ ਰਚਨਾ ਵਿੱਚ ਹਿੰਦੀ ਸੰਕੇਤਾਵਲੀ ਦੀ ਵਰਤੋਂ ਕੀਤੀ ਹੈ, ਜਿਵੇਂ ਕੰਤ, ਸੋਹ, ਧਨ, ਦਰ, ਦੁਹਾਗਣੀ, ਪਿਰਹੜੀ ਆਦਿ। ਆਪ ਦੀ ਰਚਨਾ ਵਿੱਚ ਅਰਬੀ ਫਾਰਸੀ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਗੌਰ, ਦਰਵੇਸ਼, ਮੁਸਲਾ, ਸੂ, ਦੋਜਖ, ਪੁਰਸਲਾਤ, ਉਜੂ ਅਤੇ ਨਿਵਾਜ। ਆਪ ਨੇ ਅਰਬੀ ਅਤੇ ਫਾਰਸੀ ਦੇ ਸ਼ਬਦਾਂ ਨੂੰ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿੱਚ ਵਰਤ ਕੇ ਪੰਜਾਬੀ ਨੂੰ ਅਮੀਰ ਤੇ ਭਰਪੂਰ ਕੀਤਾ ਹੈ। ਸ਼ਬਦ ਭੰਡਾਰ ਫਰੀਦ ਜੀ ਨੇ ਸਧਾਰਨ ਜੀਵਨ ਵਿੱਚੋਂ ਲਏ। ਅਲੰਕਾਰਾਂ ਦੀ ਬੜੀ ਯੋਗਤਾ ਦੇ ਨਾਲ ਵਰਤੋਂ ਕੀਤੀ, ਜਿਵੇਂ ਕਮਾਦ, ਤਿਲ, ਕਪਾਹ, ਨਦੀ, ਕਾਗਦ, ਥੋੜਾ, ਕੜਿਆਲ ਆਦਿ। ਆਪ ਦੀ ਰਚਨਾ ਵਿੱਚ ਬੜੇ ਸਜੀਵ ਸ਼ਬਦ ਚਿੱਤਰ ਮਿਲਦੇ ਹਨ। ਫਰੀਦ ਜੀ ਦੇ ਸ਼ਲੋਕਾਂ ਵਿੱਚ ਸੰਜਮ ਤੇ ਸੰਖੇਪਤਾ ਦਾ ਗੁਣ ਵੀ ਹੈ। ਇਸੇ ਕਰਕੇ ਆਪ ਦੇ ਕਈ ਸ਼ਲੋਕ ਮੁਹਾਵਰੇ ਬਣ ਕੇ ਪ੍ਰਚਲਿਤ ਹੋ ਗਏ ਹਨ, ਜਿਵੇਂ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਏ ਜਗ, ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹ ਅੱਗ, ਕੰਧੀ ਉੱਤੇ ਰੁਖੜਾ ਕਿਚਰਕ ਬੰਨੇ ਪੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਏ ਨੀਰ। ਸਮੁੱਚੇ ਤੌਰ ਤੇ ਆਪ ਦੀ ਬਾਣੀ ਨੇ ਜਿੱਥੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਹਿੱਸਾ ਪਾਇਆ ਹੈ, ਉੱਥੇ ਹੀ ਆਪ ਦੇ ਵਿਚਾਰਾਂ ਨੇ ਹਿੰਦੂ ਮੁਸਲਮਾਨਾਂ ਵਿੱਚ ਨੇੜਤਾ ਪੈਦਾ ਕਰਕੇ ਲੋਕਾਂ ਵਿੱਚ ਸਦਾਚਾਰਕ ਗੁਣ ਭਰੇ। ਧੰਨਵਾਦ।